ਵਾਹਿਗੁਰੂ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਪਰਿਆਰੇ। ਵਣਜ ਕਰੋ ਵਣਜਾਰਿਓ, ਵਖਰ ਲਿਹੋ ਸਮਾਲ। ਤੈਸੀ ਵਸਤ ਵਿਸਾਹੀਐ, ਜੈਸੀ ਨਿਭੈ ਨਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ। ਸਹੁ ਦੇਖੈ ਪਤੀ ਆਈ, ਹਰ ਜਸ ਵਖਰ ਲੈ ਚਲੋ। ਸਹੁ ਦੇਖੈ ਪਤੀ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਚਵਰ, ਜੁਗੋ ਜੁਗ ਟਲ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਜਿਤਨੀ ਵੀ ਸੰਗਤ ਅਫਗਾਨਿਸਤਾਨ, ਕਾਬੁਲ ਅਤੇ ਸਮੁੱਚੇ ਯੂਕੇ ਦੀਆਂ ਸੰਗਤਾਂ ਦੇ ਵੱਲੋਂ ਜੋ ਇਸ ਸਰਬੱਤ ਦਾ ਭਲਾ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ, ਬੜੇ ਹੀ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਪ ਜੀ ਪਹੁੰਚੇ ਹੋ। ਸੱਚ ਗੱਲ ਇਹ ਹੈ, ਦੀਵਾਨ ਹਾਲ ਦੇ ਵਿੱਚ ਪੈਰ ਰੱਖਣ ਦੀ ਥਾਂ ਨਹੀਂ। ਥੱਲੇ ਲੰਗਰ ਹਾਲ, ਬਾਹਰਲੇ ਪਾਸੇ ਪੰਡਾਲਾਂ ਦੇ ਵਿੱਚ ਸਕਰੀਨਾਂ ਲਾ ਕੇ ਸੰਗਤਾਂ ਬੈਠੀਆਂ ਨੇ। ਗੁਰਮੁਖੋ ਵਡਭਾਗੀ ਹਾਂ, ਇਤਨੇ ਸੁਚੱਜੇ ਪ੍ਰਬੰਧ ਸਰਬੱਤ ਦਾ ਭਲਾ ਸਮਾਗਮ ਜੋ ਕਰਵਾ ਰਹੇ ਪ੍ਰਬੰਧਕ ਉਹਨਾਂ ਕੀਤੇ ਹੈ। ਥਾਂ ਥਾਂ ਬੋਰਡ ਲੱਗੇ ਆ। ਗੁਰਮੁਖੋ ਇਹ ਸਾਰੀ ਕੀਤੀ ਮਿਹਨਤ ਤਦੇ ਸਫਲ ਹੈ ਜੇ ਅਸੀਂ ਇੱਥੋਂ ਕੁਝ ਲਾਹਾ ਲੈ ਕੇ ਜਾਈਏ, ਕੁਝ ਖੱਟੀਏ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰ ਦੇਵਾਂ ਬੀਬੀਆਂ ਨੂੰ, ਭੈਣਾਂ ਨੂੰ, ਸੰਗਤਾਂ ਨੂੰ ਕਿ ਇਕਾਗਰਤਾ ਦੇ ਨਾਲ ਗੁਰੂ ਚਰਨਾਂ 'ਚ ਬੈਠੋ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਨੂੰ ਯਾਦ ਕਰ ਰਹੇ ਹਾਂ। ਥਾਂ ਥਾਂ ਪੋਸਟਰ ਲਗਾਏ ਗਏ 400 ਸਾਲ ਗੁਰੂ ਦੇ ਨਾਲ। ਗੁਰਮੁਖੋ 400 ਸਾਲ ਗੁਰੂ ਦੇ ਨਾਲ ਤਦੇ ਹੈ ਜੇ ਅੱਜ ਦੀ ਘੜੀ ਅਸੀਂ ਘੰਟਾ 2 ਘੰਟੇ ਗੁਰੂ ਨਾਲ ਬਿਤਾ ਲਈਏ। ਮਨ ਤੇ ਸਾਡਾ 1 ਮਿੰਟ ਨਹੀਂ ਗੁਰੂ ਦੇ ਨਾਲ ਖੜਦਾ, ਜ਼ੁਬਾਨ ਸਾਡੀ ਟਿਕਦੀ ਨਹੀਂ, ਕੰਨ ਸਾਡੇ ਸੁਣਦੇ ਨਹੀਂ, ਤੇ ਗੁਰੂ ਦੇ ਨਾਲ 400 ਸਾਲ ਕਿਵੇਂ ਹੋਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕਹਿੰਦੇ ਆ, ਕਹਿੰਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ ਲਿਆ ਜਾਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਿਤਾ ਕਹਿੰਦੇ ਆ ਸਰਬੰਸਦਾਨੀ, ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਨ ਦੇ ਨਾਲ ਦੁਨੀਆ ਦੀਆਂ ਸਾਰੀਆਂ ਤਾਕਤਾਂ, ਸਾਰੀਆਂ ਬਰਕਤਾਂ, ਸਾਰੇ ਖਜ਼ਾਨੇ ਤੁਹਾਡੇ ਘਰ ਆਉਣਗੇ।
ਤੁਸੀਂ ਦਰਵਾਜ਼ੇ ਵੀ ਬੰਦ ਕਰੋਗੇ ਉਹ ਧੱਕੇ ਨਾਲ ਤੁਹਾਡੇ ਘਰ ਵਿੱਚ ਆਉਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ, ਪੜ੍ਹਦੇ ਨਾ ਤੁਸੀਂ ਅਰਦਾਸ ਵਿੱਚ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਧਾਏ ਦਾ ਅਰਥ ਹੈ ਭੱਜ ਕੇ ਆਉਂਦੀਆਂ, ਦੌੜ ਕੇ ਆਉਂਦੀਆਂ, ਤੁਹਾਨੂੰ ਲੋੜ ਵੀ ਨਾ ਹੋਵੇ ਤੇ 9 ਨਿਧੀਆਂ ਦੇ ਵਿੱਚ ਦੁਨੀਆ ਦੀਆਂ ਸਾਰੀਆਂ ਬਰਕਤਾਂ, ਸਾਰੇ ਖਜ਼ਾਨੇ ਆ ਜਾਂਦੇ ਆ। ਐਸੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 400 ਸਾਲਾ ਮਨਾ ਰਹੇ ਹਾਂ। ਆਓ ਗੁਰੂ ਪਿਆਰਿਓ, ਗੁਰੂ ਜੀ ਨੂੰ ਯਾਦ ਕਰੀਏ, ਉਹਨਾਂ ਦੇ ਇਤਿਹਾਸ ਤੋਂ ਜਾਣੂ ਹੋਈਏ ਅਤੇ ਆਪਣੀ ਰਸਨਾ ਨੂੰ ਸਾਰੇ ਪਵਿੱਤਰ ਕਰੋ। ਰਲ ਮਿਲ ਕੇ ਪਾਵਨ ਬਾਣੀ ਦੀ ਪੰਕਤੀ ਨੂੰ ਪੜ੍ਹੋ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਘਰ ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਘਰ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੇ 9ਵੇਂ ਗੁਰੂ, ਸਾਡੇ 9ਵੇਂ ਗੁਰੂ ਹਨ। ਆਪ ਜੀ ਦੇ ਪਿਤਾ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ, ਜਿਨ੍ਹਾਂ ਦਾ ਨਾਮ ਧੰਨ ਮਾਤਾ ਨਾਨਕੀ ਹੈ। ਯਾਦ ਰੱਖਣਾ, ਇਤਿਹਾਸ ਵਿੱਚ 2 ਨਾਨਕੀਆਂ ਪ੍ਰਸਿੱਧ ਨੇ। ਇੱਕ ਤੇ ਭੈਣ ਨਾਨਕੀ ਜੀ ਨੂੰ ਬੇਬੇ ਨਾਨਕੀ ਕਿਹਾ ਜਾਂਦਾ ਹੈ। ਜਿਹੜੀ ਬੇਬੇ ਨਾਨਕੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਰੱਬ ਸਮਝਦੀ ਹੈ ਔਰ ਅੰਤਾਂ ਦਾ ਪਿਆਰ ਕਰਦੀ ਹੈ, ਉਦਾਸੀਆਂ ਤੇ ਜਾਣ ਲੱਗਿਆਂ ਵੀ ਗੁਰੂ ਨਾਨਕ ਸਾਹਿਬ ਤੋਂ ਬਚਨ ਲੈਂਦੀ ਹੈ ਕਿ ਜਦੋਂ ਤੁਸੀਂ ਕਿਤੇ ਵੀ ਜਾਓ ਮੇਰੇ ਨਾਲ ਬਚਨ ਕਰਕੇ ਜਾਓ, ਜਦੋਂ ਮੈਂ ਤੁਹਾਨੂੰ ਯਾਦ ਕਰਾਂ ਉਦੋਂ ਤੁਸੀਂ ਹਾਜ਼ਰ ਹੋਣੇ ਚਾਹੀਦੇ। ਗੁਰੂ ਨਾਨਕ ਦੇਵ ਜੀ ਨੇ ਆਖਿਆ, ਤੂੰ ਤੇ ਮੇਰੀ ਭੈਣ ਹੈ, ਤੂੰ ਤੇ ਮੇਰੇ ਤੋਂ ਬਚਨ ਲਿਆ ਮੇਰੀ ਇਹ ਭੈਣੇ। ਸੱਚ ਤਾਂ ਇਹ ਹੈ, ਦੁਨੀਆ ਤੇ ਕੋਈ ਵੀ ਬੰਦਾ ਜਦੋਂ ਵੀ ਗੁਰੂ ਨਾਨਕ ਨੂੰ ਯਾਦ ਕਰਦਾ, ਗੁਰੂ ਨਾਨਕ ਉਦੋਂ ਨਾਲੇ ਹੈ। ਬਾਣੀ 'ਚ ਲਿਖਿਆ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ। ਇੱਕ ਭੈਣ ਨਾਨਕੀ ਉਹ। ਦੂਜਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਮਾਤਾ ਨਾਨਕੀ ਦਾ। ਮਾਤਾ ਨਾਨਕੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਧਰਮ ਸੁਪਤਨੀ ਔਰ ਬਾਜਾਂ ਵਾਲੇ ਪਾਤਸ਼ਾਹ ਨੀਲੇ ਦੇ ਸ਼ਾਹ ਸਵਾਰ ਕਲਗੀਧਰ ਪਿਤਾ, ਉਹਨਾਂ ਦੇ ਦਾਦੀ ਮਾਂ ਹਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ 5 ਪੁੱਤਰ ਨੇ, ਇੱਕ ਧੀ ਹੈ। ਇਹ ਤੋਂ ਵੀ ਥੋੜੀ ਸਿੱਖਿਆ ਲੈਣੀ ਚਾਹੀਦੀ ਹੈ ਤੁਹਾਨੂੰ। ਅੱਜ ਚਾਰੇ ਪਾਸੇ ਸਾਧ ਸੰਗਤ ਜਿੱਥੇ ਵੀ ਵੇਖਦੇ ਹਾਂ ਸਾਡੀ ਗਿਣਤੀ ਘਟਦੀ ਜਾਂਦੀ ਹੈ। ਸਾਨੂੰ ਸਾਡੇ ਸਿੰਘ ਸਾਹਿਬਾਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਕੱਢਣੇ ਪੈਂਦੇ ਆ ਕਿ ਆਪਣੀ ਗੁਰਸਿੱਖੋ, ਜਿੱਥੇ ਗੁਰਸਿੱਖੀ ਉੱਚੀ ਸੁੱਚੇ ਜੀਵਨ ਵਾਲੇ, ਕੁਆਲਿਟੀ ਵਾਲਾ ਜੀਵਨ ਹੋਣਾ ਚਾਹੀਦਾ, ਉੱਥੇ ਗਿਣਤੀ 'ਚ ਵੀ ਅਸੀਂ ਘੱਟ ਨਾ ਹੋਈਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਸਾਹਿਬਜ਼ਾਦੇ, ਇੱਕ ਧੀ, 5 ਪੁੱਤਰ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਇਹਨਾਂ ਦੇ ਨਾਲ ਇੱਕ ਭੈਣ ਹੈ ਜਿਹਦਾ ਨਾਮ ਬੀਬੀ ਬੀਰੋ ਹੈ। ਗੁਰੂ ਸਾਹਿਬ ਦੀ ਜਿਹੜੀ ਭੈਣ ਹੈ ਬੀਬੀ ਬੀਰੋ, ਉਹਦੇ 5 ਪੁੱਤਰ ਹੋਏ ਆ।
ਉਹ ਪੰਜ ਪੁੱਤਰ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਦੇ ਤਾਬੇਦਾਰ ਰਹੇ ਹੈ। ਅਤੇ ਇੱਕ ਭਰਾ ਹੋਰ ਹੈ ਜਿਹਦਾ ਨਾਂ ਸੂਰਜਮਲ ਜੀ ਕਹਿੰਦੇ। ਮਹਾਰਾਜ ਜੀ ਦੇ ਪੰਜ ਪੁੱਤਰ, ਇੱਕ ਪੁੱਤਰੀ। ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਜਿਸ ਦਿਹਾੜੇ ਨੂੰ ਆਪ ਜੀ ਅੱਜ ਬੜੇ ਅਦਬ ਸਤਿਕਾਰ ਨਾਲ ਇਸ ਪਾਵਨ ਸਥਾਨ ਤੇ ਮਨਾ ਰਹੇ ਹੋ, ਗੁਰਮੁਖੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪਾਵਨ ਧਰਤੀ, ਜਿਹਦੇ ਬਾਰੇ ਪਾਵਨ ਬਾਣੀ ਚ ਬੋਲ ਹਨ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਪਾਵਨ ਧਰਤੀ ਅੰਮ੍ਰਿਤਸਰ, ਜਿਹਨੂੰ ਸਿਫਤੀ ਦਾ ਘਰ ਆਖਿਆ, ਗੁਰੂ ਕੇ ਮਹਿਲਾਂ ਦੇ ਵਿੱਚ ਆਪ ਜੀ ਦਾ ਪ੍ਰਕਾਸ਼ ਹੋਇਆ। 1621 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਗ੍ਰਹਿ ਵਿਖੇ ਹੋਇਆ, ਗੁਰੂ ਹਰਗੋਬਿੰਦ ਸਾਹਿਬ ਉਸ ਵਕਤ ਸ਼੍ਰੀ ਹਰਿਮੰਦਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸੁਣ ਰਹੇ ਸਨ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਬਾਹਰ ਆਉਂਦੇ ਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਸਿੱਖਾਂ ਦੱਸਿਆ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਗ੍ਰਹਿ ਵਿਖੇ ਇੱਕ ਸਪੁੱਤਰ ਨੇ ਅਵਤਾਰ ਧਾਰਿਆ, ਸਪੁੱਤਰ ਦਾ ਜਨਮ ਹੋਇਆ। ਗੁਰੂ ਹਰਗੋਬਿੰਦ ਸਾਹਿਬ ਘਰ ਆਉਂਦੇ ਆ। ਜਿਸ ਵੇਲੇ ਘਰ ਆਉਂਦੇ ਆ, ਆਪਣੇ ਪੁੱਤਰ ਨੂੰ ਚੁੱਕਦੇ ਆ। ਧਿਆਨ ਦੇਣਾ, ਗੁਰੂ ਹਰਗੋਬਿੰਦ ਸਾਹਿਬ ਸਭ ਤੋਂ ਪਹਿਲਾਂ ਆਪਣੇ ਸਾਹਿਬਜ਼ਾਦੇ ਦਾ ਮੱਥਾ ਚੁੰਮਦੇ ਆ। ਔਰ ਇਤਿਹਾਸਕਾਰ ਇਹ ਵੀ ਲਿਖਦੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਾਹਿਬਜ਼ਾਦੇ ਨੂੰ ਸੀਸ ਝੁਕਾਇਆ। ਕੋਲ ਖੜੇ ਸਨ ਭਾਈ ਬਿਧੀ ਚੰਦ ਜੀ, ਜਿਨ੍ਹਾਂ ਬਾਰੇ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਦਾ ਵਚਨ ਹੋਇਆ। ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਵਚਨ ਕੀਤਾ, ਗੁਰੂ ਪਿਤਾ ਜੀਓ, ਮਹਾਰਾਜ ਆਪ ਜੀ ਦੇ ਅੱਗੇ ਤਾਂ ਦਿੱਲੀ ਦਾ ਤਖਤ ਝੁਕਦਾ ਹੈ, ਆਪ ਜੀ ਦੇ ਅੱਗੇ ਤੇ ਦੁਨੀਆ ਸਜਦੇ ਕਰਦੀ ਹੈ। ਆਪ ਤੇ ਉਹ ਤਾਕਤ ਹੋ ਜਿਸ ਦੇ ਅੱਗੇ, ਜਿਸ ਨੂੰ ਮੁਸਲਮਾਨ ਜਾਂ ਇਸਲਾਮ ਧਰਮ ਨੂੰ ਮੰਨਣ ਵਾਲੇ ਜਿੰਨੇ ਵੀ ਲੋਕ ਹੈ, ਸਾਈਂ ਮੀਆਂ ਮੀਰ ਜੀ ਦਾ ਨਾਮ ਹੈ। ਸਾਈਂ ਮੀਆਂ ਮੀਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਦਾ, ਦਰਸ਼ਨ ਕਰਦਾ ਹੈ, ਮਹਾਰਾਜ ਨੂੰ ਕਹਿੰਦਾ, ਘੋੜੇ ਦੇ ਉੱਤੋਂ ਉਤਰਨ ਲੱਗਿਆ ਤੁਸੀਂ ਮੇਰੇ ਚਰਨ, ਮੇਰੇ ਹੱਥ ਦੇ ਉੱਤੇ ਚਰਨ ਰੱਖੋ ਆਪਣਾ, ਅਬਲਾਂ ਤੇ ਕਿਰਪਾ ਕਰੋ, ਮੇਰੇ ਸਿਰ ਦੇ ਉੱਤੇ ਪੈਰ ਰੱਖ ਕੇ ਘੋੜੇ ਤੋਂ ਥੱਲੇ ਉਤਰੋ। ਮਹਾਰਾਜ ਜਿਹੜੇ ਪੀਰੇ ਹਿੰਦ ਨੇ ਉਹ ਆਪ ਜੀ ਅੱਗੇ ਸਿਜਦੇ ਕਰਦੇ ਆ, ਤੇ ਸੱਚੇ ਪਾਤਸ਼ਾਹ ਆਪ ਇਸ ਸਾਹਿਬਜ਼ਾਦੇ ਅੱਗੇ ਕਿਉਂ ਸਿਜਦਾ ਕਰਦੇ ਹੋ, ਕੀ ਕਾਰਨ ਹੈ? ਗੁਰੂ ਹਰਗੋਬਿੰਦ ਸਾਹਿਬ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਆਖਿਆ, ਵਿਧੀ ਚੰਦਾ ਇਹਨਾਂ ਦੇ ਅੱਗੇ ਮੈਂ ਸਜਦਾ ਤਾਂ ਕੀਤਾ ਕਿ ਬਹੁਤ ਭਾਰੀ ਗੁਰੂ ਹੋਣਗੇ, ਇਹਨਾਂ ਦੇ ਚਰਨਾਂ ਨੂੰ ਮੈਂ ਤਾਂ ਚੁੰਮਿਆ। ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਹੈ ਕਿ ਕਾਤਿਲ ਕਤਲ ਕਰਨ ਲਈ ਚੱਲ ਕੇ ਆਉਂਦਾ ਹੈ, ਇਹ ਆਪ ਕਾਤਲ ਵੱਲ ਚੱਲ ਕੇ ਜਾਣਗੇ। ਇਹਨਾਂ ਦੇ ਚਰਨਾਂ ਨੂੰ ਮੈਂ ਤਾਂ ਸਜਦਾ ਕਰਦਾ, ਤੇ ਇਹਨਾਂ ਦੇ ਸੀਸ ਤੋਂ ਮੈਂ ਸਦਕੇ ਜਾਣਾ ਕਿ ਇਹਨਾਂ ਨੇ ਆਪਣਾ ਸੀਸ ਆਪਣੇ ਲਈ ਤਾਂ ਦੁਨੀਆ ਕਰਦੀ ਹੈ, ਇਹਨਾਂ ਦੂਜਿਆਂ ਦੀ ਰਖਵਾਲੀ ਦੇ ਲਈ, ਇਹਨਾਂ ਦੂਜਿਆਂ ਦੇ ਧਰਮ ਦੇ ਲਈ ਆਪਣਾ ਸੀਸ ਬਲੀਦਾਨ ਕਰ ਦੇਣਾ ਹੈ। ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ, ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਪ੍ਰਕਾਸ਼ ਵੇਲੇ ਹੀ ਵਚਨ ਕਰ ਦਿੱਤਾ। ਫਿਰ ਮਾਤਾ ਜੀ ਨੇ, ਮਾਤਾ ਨਾਨਕੀ ਜੀ ਨੇ ਆਖਿਆ, ਮਹਾਰਾਜ ਇਹਨਾਂ ਦਾ ਨਾਮ ਕੀ ਰੱਖੋਗੇ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ। ਇੱਕ ਮੈਂ ਬੇਨਤੀ ਕਰ ਦੇਵਾਂ, ਕਈ ਗ੍ਰੰਥਾਂ ਵਿੱਚ ਇਹ ਵੀ ਲਿਖਿਆ ਮਿਲਦਾ ਕਿ ਗੁਰੂ ਸਾਹਿਬ ਦਾ ਨਾਮ ਤਿਆਗਮਲ ਰੱਖਿਆ ਗਿਆ, ਪਰ ਗੁਰਮੁਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਪਾਵਨ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਵਰਤਿਆ, ਦੋਏ ਵਾਰ ਗੁਰੂ ਤੇਗ ਬਹਾਦਰ ਵਰਤਿਆ। ਆਪਾਂ ਜਿਹੜਾ ਪੜ੍ਹਦੇ ਹਾਂ ਅਰਦਾਸ ਵਿੱਚ, ਤੁਸੀਂ ਸਭ ਨੇ ਪੜ੍ਹਿਆ ਨਾ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਇ, ਇਹ ਵੀ ਤੇਗ ਬਹਾਦਰ। ਇੱਕ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਹੋਰ ਵੀ ਵਰਤਿਆ, ਜਿਹਦੇ ਵਿੱਚ ਲਿਖਿਆ, ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸ਼ੋਕ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਉਹਦੇ ਵਿੱਚ ਵੀ ਗੁਰੂ ਕਲਗੀਧਰ ਮਹਾਰਾਜ ਨੇ ਤੇਗ ਬਹਾਦਰ ਵਰਤਿਆ, ਇਸ ਲਈ ਆਪ ਜੀ ਦਾ ਨਾਮ ਤੇਗ ਬਹਾਦਰ ਰੱਖਿਆ। ਗੁਰਮੁਖੋ
ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਆਪ ਜੀ ਦੇ ਭਰਾ ਵੱਡੇ ਸਨ, ਉਹ ਵੀ ਬੰਦਗੀ ਵਾਲੇ, ਸੇਵਾ ਸਿਮਰਨ ਵਾਲੇ ਸਨ, ਪਰ ਗੁਰੂ ਤੇਗ ਬਹਾਦਰ ਜੀ ਦਾ ਸੁਭਾਅ ਆਪਣੇ ਭਰਾਵਾਂ ਨਾਲੋਂ ਕੁਝ ਵੱਖਰਾ ਹੀ ਸੀ। ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਆਪ ਜੀ ਬਚਪਨ ਵਿੱਚ ਹੀ ਕਈ ਘੰਟੇ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਸਨ। ਇੱਕ ਵਾਰ ਤੇ ਐਸਾ ਵੀ ਹੋਇਆ, ਮਾਤਾ ਨਾਨਕੀ ਨੇ, ਜਿਹੜੀ ਗੁਰੂ ਸਾਹਿਬ ਦੀ ਮਾਤਾ ਨੇ, ਆਪਣੇ ਗੁਰੂ ਪਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਖਿਆ, ਗੁਰੂ ਸਾਹਿਬ ਜੀ, ਆਪ ਜੀ ਦੇ ਸਾਰੇ ਸਾਹਿਬਜ਼ਾਦੇ ਬੜੇ ਧੰਤਾ ਦੇ ਯੋਗ ਹਨ, ਪਰ ਮੈਨੂੰ ਤੇਗ ਬਹਾਦਰ ਜੀ ਦੇ ਸੁਭਾਅ ਤੋਂ, ਇਹਨਾਂ ਦੇ ਵਿਚਰਨ ਦੇ ਤਰੀਕੇ ਤੋਂ ਕਈ ਵਾਰ ਫਿਕਰ ਹੋ ਜਾਂਦੀ ਹੈ ਕਿ ਕਈ ਵਾਰ ਜਦੋਂ ਚੌਂਕੜੇ 'ਚ ਬੈਠਦੇ ਆ ਤੇ ਕਈ ਘੰਟੇ ਬੈਠੇ ਰਹਿੰਦੇ ਆ ਤੇ ਖਾਣਾ ਪੀਣਾ ਤੱਕ ਭੁੱਲ ਜਾਂਦਾ ਹੈ। ਕਿਰਪਾ ਕਰਕੇ ਦੱਸੋ ਮੇਰੇ ਪੁੱਤਰ ਦਾ ਆਉਣ ਵਾਲਾ ਸਮਾਂ ਭਵਿੱਖ ਕੈਸਾ ਹੋਏਗਾ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਨਾਨਕੀ, ਇਹਦੇ ਭਵਿੱਖ ਦੀ ਫਿਕਰ ਨਾ ਕਰ, ਤੇਰੇ ਪੁੱਤ ਨੇ ਆਉਣ ਵਾਲੇ ਸਮੇਂ ਵਿੱਚ ਦੁਨੀਆ ਦਾ ਭਵਿੱਖ ਬਦਲ ਕੇ ਰੱਖ ਦੇਣਾ ਹੈ, ਤੂੰ ਇਹਦੀ ਫਿਕਰ ਨਾ ਕਰ, ਇਹਨੂੰ ਜਿਹੜਾ ਯਾਦ ਕਰੇਗਾ ਤੇਗ ਬਹਾਦਰ ਉੱਥੇ ਸਹਾਈ ਹੋਏਗਾ। ਐਵੇਂ ਐਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਤੇ ਲਿਖ ਦਿੱਤਾ, ਕਿਤੇ ਜਿਹੜਾ ਮਹਾਰਾਜ ਸਾਹਿਬ ਨੇ ਬਚਨ ਕੀਤੇ ਹੈ ਉਹ ਬਿਲਕੁਲ ਹੂਬਹੂ ਸੱਚ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਆਖੇ। ਔਰ ਆਪ ਜੀ ਦੇ ਤਿਆਗ ਨੂੰ ਲੈ ਕੇ, ਜੇ ਕਿਸੇ ਵਿਦਵਾਨ ਨੇ ਆਖਿਆ ਨਾ ਆਪ ਜੀ ਦਾ ਨਾਮ ਪਹਿਲਾਂ ਤਿਆਗ ਮੱਲ ਰੱਖਿਆ, ਉਹਨਾਂ ਦੇ ਜੀਵਨ ਦੀ ਜੋ ਪ੍ਰਭਾਵ ਸੀ ਉਹਨੂੰ ਵੇਖ ਕੇ ਰੱਖਿਆ। ਭਰਾ ਦਾ ਵਿਆਹ ਦੇਖੋ, ਦੁਨੀਆ ਦੇ ਲੋਕਾਂ ਨੂੰ ਸਾਧ ਸੰਗਤ ਆਪਣੇ ਆਪ ਨੂੰ ਸਵਰਨ ਦਾ, ਸਜਣ ਦਾ ਕਿੰਨਾ ਚਾਅ ਹੁੰਦਾ, ਹੋਣਾ ਵੀ ਚਾਹੀਦਾ, ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ, ਕਰਤਾਰਪੁਰ ਵਿਆਹੇ ਹੋਏ ਸਨ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਉਹ ਹਸਤੀ ਹੈ ਜਿਨ੍ਹਾਂ ਦੇ ਪੁੱਤਰ ਸਾਡੇ 7ਵੇਂ ਗੁਰੂ ਹਰਰਾਏ ਸਾਹਿਬ ਹੋਏ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਬਾ ਸ੍ਰੀ ਚੰਦ ਜੀ ਨੇ ਮੰਗ ਕੇ ਲਿਆ, ਬਚਨ ਕੀਤਾ ਕਿ ਜੋ ਗੁਰੂ ਨਾਨਕ ਦੇ ਘਰ ਦੀ ਵਸਤੂ ਸੀ ਉਹ ਵੀ ਤੁਹਾਡੇ ਕੋਲ ਹੈ, ਪਰ ਜੋ ਕੁਝ ਮੇਰੀ ਕਮਾਈ ਹੈ, ਜੋ ਕੁਝ ਮੇਰਾ ਹੈ, ਹੇ ਗੁਰੂ ਹਰਗੋਬਿੰਦ ਸਾਹਿਬ, ਉਹ ਵੀ ਮੈਂ ਅੱਜ ਤੁਹਾਡੇ ਘਰ ਦੇ ਰਿਹਾ, ਸੌਂਪ ਰਿਹਾ, ਤੁਹਾਡੀ ਵਸਤ ਤੁਹਾਡੇ ਘਰ ਦੇ ਰਿਹਾ, ਮੈਨੂੰ ਆਪਣਾ ਇੱਕ ਪੁੱਤਰ ਦੇ ਦਿਓ। ਬਾਬਾ ਗੁਰਦਿੱਤਾ ਜੀ ਦਿੱਤੇ ਸਨ ਮਹਾਰਾਜ ਸਾਹਿਬ ਨੇ, ਤਦੇ ਉਹਨਾਂ ਨੂੰ ਬਾਬਾ ਗੁਰਦਿੱਤਾ ਕਿਹਾ ਜਾਂਦਾ। ਉਹਨਾਂ ਦੇ ਵਿਆਹ ਗੁਰੂ ਸਾਹਿਬ ਨਾਲ ਉਹਨਾਂ ਦਾ ਪਿਆਰ ਹੈ ਸੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਲ ਰੂਪ ਵਿੱਚ ਵਿਚੋਲੇ ਵੀ ਬਾਬਾ ਗੁਰਦਿੱਤਾ ਜੀ ਹੋ ਸਨ। ਜਿਹੜਾ ਧੰਨ ਮਾਤਾ ਗੁਜਰੀ ਜੀ ਨਾਲ ਆਨੰਦ ਕਾਰਜ ਹੋਇਆ ਨਾ, ਮਾਤਾ ਗੁਜਰੀ ਜੀ ਦੇ ਜਿਹੜੇ ਪੇਕੇ ਘਰ ਸਨ ਜਾਂ ਇਹਨਾਂ ਦੇ ਪਿਤਾ ਜੀ ਹੋਣੀ ਸਨ, ਉਹ ਵੀ ਕਰਤਾਰਪੁਰ ਦੇ ਹੀ ਰਹਿਣ ਵਾਲੇ ਸਨ ਉਸ ਸਮੇਂ। ਬਾਬਾ ਗੁਰਦਿੱਤਾ ਜੀ ਦਾ ਵਿਆਹ, ਸਾਰੇ ਜਿੰਨੇ ਵੀ ਗੁਰਸਿੱਖ ਹਨ ਉਹ ਵਿਆਹ ਦੀ ਤਿਆਰੀ ਵਿੱਚ ਹਨ, ਤੇ ਮਾਤਾ ਨਾਨਕੀ ਨੇ ਆਪਣੇ ਜਿਵੇਂ ਦੂਜੇ ਬੱਚਿਆਂ ਨੂੰ ਮਾਤਾ ਮਰਵਾਹੀ ਜੀ ਨੇ ਜਾਂ ਦੂਸਰੇ ਮਾਤਾ ਜੀ ਨੇ ਸਜਾਇਆ ਨਾ, ਇਹਨਾਂ ਨੇ ਵੀ ਆਪਣੇ ਪੁੱਤਰ ਨੂੰ ਸੋਹਣੇ ਵਸਤਰ ਪਾਏ, ਸੋਹਣੀ ਪੋਸ਼ਾਕ ਪਾਈ, ਐਨ ਜਰੀਦਾਰ ਕੱਪੜੇ ਪਾਏ, ਉੱਤੋਂ ਦੀ ਝੱਗੀ ਪਾਈ ਬੜੀ ਸੋਹਣੀ। ਜਦੋਂ ਆਪ ਜੀ ਪਾ ਕੇ ਗੁਰਮੁਖੋਂ ਬਾਹਰ ਨੂੰ ਨਿਕਲਿਆ ਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਬਾਹਰ ਇੱਕ ਫਕੀਰ, ਇੱਕ ਮੰਗਤਾ ਮਿਲ ਪਿਆ। ਉਹ ਫਕੀਰ ਮੰਗਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇਖ ਕੇ ਕਹਿਣ ਲੱਗਾ, ਕਹਿੰਦਾ ਬੜੇ ਸੋਹਣੇ ਕੱਪੜੇ ਪਾਏ ਆ ਤੁਸੀਂ, ਮੈਨੂੰ ਬੜੇ ਸੋਹਣੇ ਲੱਗਦੇ। ਗੁਰਮੁਖੋ ਉਦੋਂ ਤੱਕ ਗੁਰੂ ਨਹੀਂ ਸਨ, ਕੇਵਲ ਤੇਗ ਬਹਾਦਰ ਸਨ, ਪਰ ਆਪਾਂ ਗੁਰੂ ਤੇਗ ਬਹਾਦਰੇ ਕਹਾਂਗੇ। ਮਹਾਰਾਜ ਸਾਹਿਬ ਨੇ ਆਪਣਾ ਝੱਗਾ ਆਪਣੇ ਉੱਤੇ ਪਾਈ ਹੋਈ ਜਿਹੜੀ ਜੈਕਟ ਸੀ ਉਹ ਲਾ ਕੇ ਰੱਖ ਦਿੱਤੇ, ਉਹਨੂੰ ਦੇ ਦਿੱਤੇ, ਕਹਿੰਦੇ ਜੇ ਤੈਨੂੰ ਸੋਹਣੀ ਲੱਗਦੀ ਆ ਲੈ ਤੂੰ ਪਾ ਲੈ, ਤੂੰ ਵੀ ਸੋਹਣਾ ਬਣ ਜਾ। ਤੇ ਗੁਰੂ ਸਾਹਿਬ ਇਉਂ ਹੀ ਵਾਪਸ ਘਰ ਆ ਗਏ। ਮਾਤਾ ਨਾਨਕੀ ਜੀ ਬੜੇ ਫਿਕਰਮੰਦ ਹੋਏ, ਕਹਿੰਦੇ ਕਿੱਦਾਂ ਦਾ ਸੁਭਾਅ ਇਹਨਾਂ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਸੱਚਖੰਡ ਪਿਆਨਾ ਕਰਦੇ ਆ ਕੀਰਤਪੁਰ ਸਾਹਿਬ ਦੀ ਧਰਤੀ ਤੇ, ਗੁਰਿਆਈ ਗੱਦੀ ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਨੂੰ ਦੇ ਕੇ ਜਾਂਦੇ ਆਪਣੇ ਪੋਤਰੇ ਨੂੰ। ਉਸ ਵੇਲੇ ਮਾਤਾ ਨਾਨਕੀ ਜੀ ਨੇ, ਧਿਆਨ ਦਿਓ, ਫਿਕਰ ਕੀਤਾ ਕਿ ਗੁਰੂ ਸਾਹਿਬ ਆਪ ਜੀ ਦੇ ਸਾਰੇ ਸਾਹਿਬਜ਼ਾਦੇ ਬੜੇ ਸਿਆਣੇ ਆ, ਪਰ ਤੇਗ ਬਹਾਦਰ ਜੀ ਨੂੰ ਲੈ ਕੇ ਮੈਂ ਬੜੀ ਚਿੰਤਤ ਹਾਂ, ਮੈਂ ਕੀ ਕਰਾਂ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਨਾਨਕੀ
ਆਉਣ ਵਾਲੇ ਸਮੇਂ ਵਿੱਚ ਤੇਰਾ ਪੁੱਤਰ ਤੇਗ ਬਹਾਦਰ ਗੁਰੂ ਬਣੇਗਾ। ਮਾਤਾ ਨਾਨਕੀ ਜੀ ਨੇ ਆਖਿਆ ਮਹਾਰਾਜ ਮੈਨੂੰ ਵੀ ਆਪਣੇ ਨਾਲ ਲੈ ਚੱਲੋ, ਮੈਂ ਵੀ ਸੱਚਖੰਡ ਜਾਣਾ ਚਾਹੁੰਦੀ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਨਾਨਕੀ ਸਮਾਂ ਪਾ ਕੇ ਤੇਰੇ ਪੁੱਤਰ ਤੇਗ ਬਹਾਦਰ ਦੇ ਘਰੇ ਜਨਮ ਲਏਗਾ ਮਰਦੇ ਗਮੜਾ, ਜਿਹਦੀ ਤਲਵਾਰ ਨੇ ਇਸ ਦੇਸ਼ ਦਾ ਮੁਕੱਦਰ ਬਦਲਣਾ, ਕਿਸਮਤ ਬਦਲਣੀ ਹੈ। ਤੂੰ ਹਜੇ ਨਹੀਂ ਆਉਣਾ, ਤੂੰ ਆਪਣੇ ਉਸ ਪੋਤਰੇ ਦੇ ਕੌਤਕ ਵੇਖੇਂਗੀ, ਤੂੰ ਆਪਣੇ ਉਸ ਪੋਤਰੇ ਨੂੰ ਆਪਣੀ ਗੋਦ ਵਿੱਚ ਖਿਡਾਉਣਾ ਹੈ। ਤੂੰ ਬਸ ਸਮੇਂ ਦੀ ਉਡੀਕ ਕਰ, ਭਵਿੱਖ ਵਿੱਚ ਬਹੁਤ ਕੁਝ ਲਪੇਟਿਆ ਪਿਆ। ਤੇ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਮੰਨ ਕੇ ਧੰਨ ਧੰਨ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੱਚਖੰਡ ਪਿਆਨੇ ਤੋਂ ਬਾਅਦ ਆਪ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੈ ਕੇ ਆਪਣੇ ਪੇਕੇ ਪਿੰਡ ਬਾਬਾ ਬਕਾਲਾ ਜੀ ਨੂੰ ਕਹਿੰਦੇ ਆ ਨਾ, ਉੱਥੇ ਚਲੇ ਗਏ। ਉੱਥੇ ਆਪ ਜੀ ਨੇ ਬਹੁਤ ਜ਼ਿਆਦਾ ਸੇਵਾ ਸਿਮਰਨ ਤਪੱਸਿਆ ਕੀਤੀ। ਪਰ ਜਿੱਥੇ ਆਪ ਜੀ ਸੇਵਾ ਸਿਮਰਨ ਵਿੱਚ ਰਹਿੰਦੇ ਸਨ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਅੱਖੀਂ ਉਹ ਕੁਝ ਵੇਖਿਆ ਜੋ ਗੁਰਮਤਿ ਦਾ ਸਿਧਾਂਤ, ਉਹਨਾਂ ਨੇ ਉਹ ਗੁਰਮਤਿ ਦੇ ਸਿਧਾਂਤ 'ਤੇ ਪੂਰਾ ਹੀ ਪਹਿਰਾ ਦਿੱਤਾ। ਗੁਰੂ ਕਲਗੀਧਰ ਮਹਾਰਾਜ ਜੀ ਨੂੰ ਜਿਸ ਵੇਲੇ ਪੁੱਛਿਆ ਨਾ ਸੰਗਤ ਨੇ, ਹੇ ਗਰੀਬ ਨਵਾਜ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਕਿਸ ਚੀਜ਼ ਦੀ ਕਮੀ ਸੀ? ਔਰੰਗਜ਼ੇਬ ਇਹ ਗੱਲ ਕਹਿੰਦਾ ਸੀ ਕਿ ਆਪ ਕਿਰਪਾ ਕਰੋ ਮਹਾਰਾਜ, ਕੋਈ ਮੈਨੂੰ ਸ਼ਕਤੀ ਦਿਖਾ ਦਿਓ, ਕੋਈ ਕਰਾਮਾਤ ਦਿਖਾ ਦਿਓ। ਆਪ ਨੇ ਦਿਖਾਈ ਕਿਉਂ ਨਹੀਂ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਬਾਣੀ 'ਚ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸ਼ਕਤੀਆਂ ਦੇ ਭੰਡਾਰੇ ਸਨ, ਕਮੀ ਨਹੀਂ ਸੀ ਕਿਸੇ ਚੀਜ਼ ਦੀ। ਪਰ ਉਹਨਾਂ ਆਪਣੀਆਂ ਅੱਖਾਂ ਨਾਲ ਉਹ ਕੁਝ ਵੇਖਿਆ, ਉਹ ਕੁਝ ਸੁਣਿਆ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕੀਤਾ, ਕਰਾਇਆ, ਉਹਦੇ ਉੱਤੇ ਪਹਿਰਾ ਦਿੱਤਾ, ਆਪਣਾ ਸਿਰ ਲਹਾ ਦਿੱਤਾ। ਪਰ ਗੁਰੂ ਦੇ ਬਚਨਾਂ ਤੋਂ ਨਹੀਂ ਪਰੇ ਹੋਏ, ਕਿਉਂਕਿ ਛੋਟੀ ਉਮਰ ਵਿੱਚ ਆਪ ਨੇ ਦੇਖਿਆ ਵੱਡੇ ਭਰਾਤਾ ਅਟਲ ਰਾਏ ਜੀ ਕਿੱਡਾ ਵੱਡਾ ਸਥਾਨ ਦਰਬਾਰ ਸਾਹਿਬ ਬਣਿਆ, ਖੇਡ ਖੇਡਦੇ ਆ। ਗੁਰੂ ਤੇਗ ਬਹਾਦਰ ਜੀ ਸਭ ਕੁਝ ਵੇਖ ਰਹੇ, ਆਪਣੇ ਅੰਦਰ ਸਮੋਈ ਜਾਂਦੇ ਆ। ਕੁਝ ਇਸ ਤਰ੍ਹਾਂ ਦੇ ਹੁੰਦੇ ਆ ਕਿ ਸਾਧ ਸੰਗਤ ਜੋ ਸੁਣਦੇ ਆ ਬੋਲਦੇ ਆ, ਕੁਝ ਐਸੇ ਆ ਜਿਹੜੇ ਸੁਣ ਕੇ ਦੇਖ ਕੇ ਆਪਣੇ ਅੰਦਰ ਵਸਾਉਂਦੇ ਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਿੰਨੀ ਬਾਣੀ ਪੜ੍ਹੋਗੇ, ਜਿੰਨਾ ਉਹਨਾਂ ਦਾ ਇਤਿਹਾਸ ਪੜ੍ਹੋਗੇ, ਉਹਨਾਂ ਦਾ ਜੀਵਨ ਐਸਾ ਹੀ ਹੈ ਕਿ ਜੋ ਸੁਣਨਾ, ਜੋ ਵੇਖਣਾ, ਉਹਨੂੰ ਆਪਣੇ ਜੀਵਨ ਵਿੱਚ ਕਮਾਈ ਵਿੱਚ ਲੈ ਕੇ ਆਉਣਾ, ਉਹਨੂੰ ਆਪਣੇ ਅੰਦਰ ਧਾਰਨਾ। ਕੇਵਲ ਕਹਿ ਲਓ ਕਿ ਲੋਕਾਂ ਨੂੰ ਸੁਣਾਉਣ ਤੱਕ ਸੀਮਤ ਨਹੀਂ ਰਹਿਣਾ, ਉਹਨੂੰ ਆਪਣੇ ਜੀਵਨ ਵਿੱਚ ਧਾਰਨਾ। ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਵੀ ਵੇਖਿਆ ਦਿਨ ਜਦੋਂ ਉਹਨਾਂ ਦੇ ਭਰਾ ਖੁੰਡੀ ਦੀ ਖੇਡ ਖੇਡਦੇ ਖੇਡਦੇ ਵਾਰੀ ਆਉਂਦੀ ਇੱਕ ਸਾਥੀ ਦੇ ਉੱਤੇ ਵਾਰੀ ਆਉਂਦੀ, ਉਹ ਰਾਤ ਨੂੰ ਆਪਣੇ ਘਰ ਜਾ ਕੇ ਸੋ ਜਾਂਦਾ ਲੜਕਾ ਮੋਹਨ ਨਾਂ ਦਾ। ਸਵੇਰ ਹੁੰਦੀ ਕਹਿੰਦੇ ਲਿਆਓ ਬੁਲਾ ਕੇ ਅਟਲ ਰਾਏ ਜੀ, ਕਿੱਥੇ ਆ ਉਹ ਲੜਕਾ? ਕਹਿੰਦੇ ਮਹਾਰਾਜ ਉਹ ਤਾਂ ਚੜ੍ਹਾਈ ਕਰ ਗਿਆ। ਜਾ ਕੇ ਬਾਬਾ ਅਟਲ ਰਾਏ ਜੀ ਗਲ 'ਚ ਖੁੰਡੀ ਪਾਉਂਦੇ, ਕਹਿੰਦੇ ਉੱਠ ਤੇਰੀ ਵਾਰੀ ਆ, ਮੁਰਦੇ ਨੂੰ ਜਿੰਦਾ ਕਰਦੇ ਬਾਬਾ ਅਟਲ ਰਾਏ। ਜਿਸ ਵੇਲੇ ਮੁਰਦੇ ਨੂੰ ਜਿੰਦਾ ਕਰਦੇ, ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਅਟਲ ਰਾਏ, ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਆਪਾਂ ਦਖਲ ਅੰਦਾਜ਼ੀ ਨਹੀਂ ਕਰਨੀ। ਇੱਥੇ ਜਾਂ ਤਾਂ ਉਹਦੀ ਜਗ੍ਹਾ ਮੈਂ ਆਪਣਾ ਸਰੀਰ ਦੇ ਦਿਆਂਗਾ ਜਾਂ ਤੈਨੂੰ ਦੇਣਾ ਪਏਗਾ ਬੇਟਾ। ਬਾਬਾ ਅਟਲ ਰਾਏ ਨੇ ਜਿੱਥੇ ਬੀਬੀ ਕੌਲਾਂ ਮਾਤਾ ਕੌਲਾਂ ਜੀ ਦਾ ਸਥਾਨ ਬਣਿਆ, ਉਹਦੇ ਲਾਗੇ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਸਰੀਰ ਛੱਡਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਵੀ ਵੇਖਿਆ, ਉਹ ਵੀ ਸਮਾਂ ਵੇਖਿਆ ਜਿਸ ਵੇਲੇ ਉਹਨਾਂ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਗੁਰੂ ਹਰਰਾਏ ਸਾਹਿਬ ਦੇ ਪਿਤਾ ਨੇ, ਉਹਨਾਂ ਨੇ ਇੱਕ ਜਿੰਦਵੜੀ ਨਗਰ ਪੈਂਦਾ ਜੀ ਅਨੰਦਪੁਰ ਸਾਹਿਬ ਦੇ ਲਾਗੇ ਆ, ਨੰਗਲ ਰੋਡ 'ਤੇ, ਆਪਣੇ ਸਾਥੀਆਂ ਸਮੇਤ ਆ ਰਹੇ ਸਨ। ਇੱਕ ਜਾਨਵਰ ਜੰਗਲ ਵਿੱਚੋਂ ਭੱਜਿਆ, ਆਵਾਜ਼ ਸੁਣੀ, ਸਾਥੀ ਨੇ ਗੋਲੀ ਚਲਾ ਦਿੱਤੀ, ਗੋਲੀ ਵੱਜ ਗਈ। ਵੇਖਿਆ ਉਹ ਗਾਂ ਸੀ ਕਿਤੇ। ਪਿੰਡ ਦੇ ਲੋਕਾਂ ਨੇ ਰੌਲਾ ਪਾ ਲਿਆ, ਝਗੜਾ ਖੜਾ ਹੋ ਗਿਆ, ਧਾਰਮਿਕ ਮੁੱਦਾ ਬਣ ਗਿਆ। ਜਿਸ ਵੇਲੇ ਬਾਬਾ ਗੁਰਦਿੱਤਾ ਜੀ ਨੇ ਆਖਿਆ ਇਹ ਮੁੱਲ ਲੈ ਲਓ, ਜਿੰਨੇ ਦੀ ਗਾਂ ਹੈ ਦੁੱਗਣਾ ਮੁੱਲ ਲੈ ਲਓ। ਕਹਿੰਦੇ ਜੀ ਨਹੀਂ, ਇੱਕ ਗਾਂ ਦੀ ਬਜਾਏ 5 ਗਾਈਆਂ ਤੁਹਾਨੂੰ ਦੇ ਦਿੰਦੇ ਹਾਂ। ਕਹਿੰਦੇ ਜੀ ਨਹੀਂ, ਫਿਰ ਕੀ? ਕਹਿੰਦੇ ਤੁਸੀਂ ਇਉਂ ਕਰੋ, ਇਹ ਗਾਂ ਨੂੰ ਜਿੰਦਾ ਕਰੋ, ਨਹੀਂ ਤੇ ਰੌਲਾ ਪਾਉਣ ਲੱਗੇ ਸਨ, ਧਾਰਮਿਕ ਮਸਲਾ। ਬਾਬਾ ਗੁਰਦਿੱਤਾ ਨੇ ਗਾਂ ਜਿੰਦਾ ਕੀਤੀ। ਜਿਸ ਵੇਲੇ ਉਹਨਾਂ ਗਾਂ ਨੂੰ ਜਿੰਦਾ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਨੂੰ ਵੀ ਇਹੀ ਆਖਿਆ ਕਿ ਤੁਸੀਂ ਪਰਮੇਸ਼ਰ ਅਕਾਲ ਪੁਰਖ ਦੇ ਭਾਣੇ ਵਿੱਚ ਦਖਲ ਅੰਦਾਜ਼ੀ ਕੀਤੀ, ਤੁਹਾਨੂੰ ਜਾਣਾ ਪਏਗਾ ਕੀਰਤਪੁਰ ਸਾਹਿਬ ਦੀ ਧਰਤੀ, ਜਿੱਥੇ ਹੋ ਉੱਚੀ ਥਾਂ ਦੇ ਉੱਤੇ ਬਾਬਾ ਬੁੱਢਣ ਸ਼ਾਹ ਦੇ ਬਿਲਕੁਲ ਇੱਧਰ ਸੱਜੀ ਸਾਈਡ
ਕੋਲ ਦੀ ਨਦੀ ਲੰਘਦੀ, ਉੱਥੇ ਉਹਨਾਂ ਦਾ ਸਥਾਨ ਸੱਚਖੰਡ ਪਿਆਨਾ ਕਰ ਜਾਂਦੇ ਆ। ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋਈ ਵਰ ਦਿੱਤਾ। ਇਹ ਸਭ ਕੁਝ ਅੱਖਾਂ ਨਾਲ ਗੁਰੂ ਤੇਗ ਬਹਾਦਰ ਜੀ ਨੇ ਵੇਖਿਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਕੁਝ ਵੇਖਿਆ, ਆਪਣੇ ਅੰਦਰ ਵਸਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੋਈ ਕਰਾਮਾਤ ਕਿਉਂ ਨਹੀਂ ਦਿਖਾਈ? ਔਰੰਗਜ਼ੇਬ ਕਹਿੰਦਾ ਸੀ ਕੋਈ ਸ਼ਕਤੀ ਦਿਖਾ ਦਿਓ, ਕੋਈ ਛੋਟੀ ਮੋਟੀ ਕਰਾਮਾਤ ਦਿਖਾ ਦਿਓ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹ ਨਾਟਕ ਚੇਟਕ ਉਹਨਾਂ ਕੀਤੇ ਹੀ ਨਹੀਂ, ਇਹ ਨਹੀਂ ਕਿ ਹੈ ਨਹੀਂ ਸੀ। ਕੀ ਲਿਖਦੇ? ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ। ਇੰਨੀ ਤਾਕਤ ਸ਼ਕਤੀ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਛੋਟੀਆਂ ਛੋਟੀਆਂ ਖੇਡਾਂ ਖੇਡਣੀਆਂ ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਹੈ ਕਿ ਕੋਈ ਕਰਾਮਾਤ ਸ਼ਕਤੀ ਦਿਖਾ ਕੇ ਆਪਣੀ ਜਿੰਦ ਨੂੰ, ਆਪਣੀ ਜਾਨ ਨੂੰ ਬਚਾਉਣਾ। ਹਾਂ, ਕਰਾਮਾਤ ਦੀ ਮਨਾਹੀ ਨਹੀਂ ਗੁਰੂ ਘਰ ਵਿੱਚ। ਗੁਰੂ ਘਰ ਦੇ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਦੀਆਂ ਸ਼ਕਤੀਆਂ ਦਾ ਜ਼ਿਕਰ ਆਉਂਦਾ ਹੈ। ਫੇਰ ਦਿਆ ਦੇਵਰਾ ਨਾਮੇ ਕੋ ਪੰਡੀਅਨ ਕੋ ਪਿਸ਼ਵਾਰ ਲਾ। ਗੁਰੂ ਗ੍ਰੰਥ ਸਾਹਿਬ ਦੀ ਸ਼ਕਤੀ ਵਿੱਚ ਨਾਮਦੇਵ ਦੀ ਬਾਣੀ ਪੜ੍ਹੋ। ਨਾਮਦੇਵ ਜੀ ਜਿਸ ਵੇਲੇ ਪ੍ਰਮਾਤਮਾ ਨੂੰ ਯਾਦ ਕਰਦੇ ਆ, ਪ੍ਰਮਾਤਮਾ ਪ੍ਰਗਟ ਹੁੰਦੇ ਆ। ਉਹ ਕਹਿੰਦੇ ਆ, ਕਹੋ ਤਾਂ ਧਰਨੇ ਕੋਡੀ ਕਰੋ, ਕਹੋ ਤਾਂ ਲੇਕਰ ਉੱਪਰ ਧਰੋ, ਕਹੈ ਤਾਂ ਮੂਈ ਗਊ ਦੇਉ ਜਵਾਏ, ਸਭ ਕੋ ਦੇਖੈ ਪਤੀ ਆਏ ਨਾਮਦੇਵ। ਜੇ ਤੂੰ ਕਮੇ ਤੇਰੇ ਲਈ ਧਰਤੀ ਮੁੱਦੀ ਮਾਰ ਦੇਵਾਂ, ਜੇ ਤੂੰ ਕਮੇ ਧਰਤੀ ਨੂੰ ਅਸਮਾਨ ਵਿੱਚ ਟੰਗ ਦੇਵਾਂ, ਜੇ ਤੂੰ ਕਮੇ ਮੁਰਦਾ ਕਾਂ ਨੂੰ ਜਿੰਦਾ ਕਰ ਦੇਵਾਂ। ਓਏ ਨਾਮਦੇਵ, ਆ ਦੁਨੀਆ ਦੇਖ ਲੈ ਨਾਮਦੇਵ ਦਾ ਰੱਬ ਕਿਦਾਂ ਦਾ। ਭਗਤ ਕਬੀਰ, ਜਿਸ ਵੇਲੇ ਭਗਤ ਕਬੀਰ ਜੀ ਨੂੰ ਫੜ ਕੇ ਗੰਗਾ ਦੇ ਵਿੱਚ ਸੁੱਟਿਆ ਗਿਆ, ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਕਹਿੰਦੇ ਆ, ਕਹਿੰਦੇ ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਕਰਾਮਾਤਾਂ ਦੀ ਮਨਾਹੀ ਨਹੀਂ, ਪਰਮੇਸ਼ਰ ਵੱਲੋਂ, ਅਕਾਲ ਪੁਰਖ ਵੱਲੋਂ ਆਪੇ ਹੀ ਵਰਤ ਜਾਏ ਸਹਿਜ ਭਾਵ ਦੇ ਵਿੱਚ। ਪਰ ਆਪਣੀ ਸਰੀਰ ਦੀ ਰੱਖਿਆ ਲਈ ਗੁਰੂ ਸਾਹਿਬ ਨੇ ਕਰਾਮਾਤ ਨਹੀਂ ਵਰਤੀ, ਆਪਣੇ ਆਪੇ ਨੂੰ ਬਚਾਉਣ ਲਈ। ਜੇ ਕਿਤੇ ਚਾਹੁੰਦੇ ਤੇ ਔਰੰਗਜ਼ੇਬ ਦੀ ਕੀ ਮਜਾਲ ਸੀ ਸਾਧ ਸੰਗਤ। ਔਰੰਗਜ਼ੇਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਸਿੱਖ ਕਹਿੰਦਾ ਹੈ। ਭਾਈ ਮਤੀ ਦਾਸ ਜਿਸ ਵੇਲੇ ਦਿੱਲੀ ਗਏ ਆ ਨਾ ਗੁਰੂ ਸਾਹਿਬ, ਉਹਨਾਂ ਨੂੰ ਇੱਕ ਭੂਤੀਆ ਹਵੇਲੀ ਵਿੱਚ ਰੱਖਿਆ ਗਿਆ। ਭੂਤੀਆ ਹਵੇਲੀ ਇਸ ਲਈ ਕਿ ਲੋਕੀ ਡਰ ਜਾਂਦੇ ਸਨ ਉਹਦੇ ਵਿੱਚ। ਇਸ ਤਰ੍ਹਾਂ ਦਾ ਮੰਨਿਆ ਕਿ ਭੂਤਾਂ ਪ੍ਰੇਤਾਂ ਜਿੰਨਾਤ ਵਗੈਰਾ ਦਾ ਪ੍ਰਭਾਵ। ਕਾਜੀ ਜਿਹੜੇ ਮੌਲਾਨੇ ਸਨ ਉਹ ਇਲਮ ਪੜ੍ਹ ਕੇ ਲੋਕਾਂ ਨੂੰ ਡਰਾਉਂਦੇ ਸਨ। ਤੇ ਗੁਰੂ ਤੇਗ ਬਹਾਦਰ ਜੀ ਜਿਸ ਵੇਲੇ ਗਏ, ਉੱਥੇ ਭਾਈ ਮਤੀ ਦਾਸ ਜੀ ਨੇ ਮਹਾਰਾਜ ਨੂੰ ਆਖਿਆ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਹੁਕਮ ਕਰੋ, ਮੈਨੂੰ ਆਗਿਆ ਦਿਓ ਤੇ ਗਰੀਬ ਨਵਾਜ਼ ਮੈਂ ਦਿੱਲੀ ਦਾ ਤਖਤ ਪਲਟ ਦਿਆਂ। ਗੁਰੂ ਜੀ ਹੱਸ ਕੇ ਕਹਿੰਦੇ, ਮਤੀ ਦਾਸ ਇਹ ਸ਼ਕਤੀ ਆਈ ਕਿੱਥੋਂ? ਕਹਿਣ ਲੱਗਾ, ਮਹਾਰਾਜ ਤੁਹਾਡਾ ਜੂਠਾ ਛਿੱਲੜ ਗੰਨਾ ਚੂਪਿਆ ਸੀ ਨਾ, ਉਹ ਛਿੱਲੜ ਮੈਂ ਚੂਪ ਲਿਆ। ਤੁਹਾਡਾ ਛਿੱਲੜ ਚੂਪ ਕੇ ਮੇਰੇ ਵਿੱਚ ਇੰਨੀ ਸ਼ਕਤੀ ਆਈ। ਗੁਰੂ ਤੇਗ ਬਹਾਦਰ ਜੀ ਹੱਸ ਕੇ ਕਹਿੰਦੇ, ਓਏ ਜਿਸ ਸਾਗਰ ਦੇ ਵਿੱਚੋਂ ਮਤੀ ਦਾਸ ਤੈਨੂੰ ਇੰਨਾ ਕੁ ਜਲ ਮਿਲਿਆ ਤੇ ਤੇਰੇ 'ਚ ਇੰਨੀ ਸ਼ਕਤੀ ਆਈ, ਤੂੰ ਆਪ ਸੋਚ ਉਹ ਸਾਗਰ ਆਪ ਕਿੰਨੀ ਤਾਕਤ ਦਾ ਮਾਲਕ ਹੋਏਗਾ। ਐਸੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਖਾਲਸਾ ਜੀ ਬਹੁਤ ਵੱਡਾ ਤਪ ਬਾਬੇ ਬਕਾਲੇ ਦੀ ਧਰਤੀ 'ਤੇ ਕੀਤਾ। ਪਰ ਉੱਥੇ ਹੀ ਜਿਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਸੱਚਖੰਡ ਪਿਆਨਾ ਕਰਦੇ ਆ, ਉਹ ਬਾਬਾ ਵਸੈ ਗ੍ਰਾਮ ਬਕਾਲੇ ਕਹਿ ਕੇ ਆਪ ਸੱਚਖੰਡ ਪਿਆਨਾ ਕਰ ਜਾਂਦੇ ਆ। ਉੱਥੇ ਹੀ 22 ਮੰਜੀਦਾਰ ਸੋਢੀ ਤੇ ਆਦਿਕ ਹੋਰ ਕਿੰਨੇ ਆ ਬੈਠਦੇ ਆ। ਪਰ ਉਹ ਗੁਰੂ ਕਾ ਸਿੱਖੋਂ ਨੂੰ ਵੀ ਯਾਦ ਕਰਾਂਗੇ, ਇਤਿਹਾਸ ਵਿੱਚ ਉਹਦਾ ਜ਼ਿਕਰ ਰਹੇਗਾ। ਜਿਸ ਗੁਰੂ ਕੇ ਸਿੱਖ ਨੇ ਸਾਧ ਸੰਗਤ ਜਾ ਕੇ ਬਾਬੇ ਬਕਾਲੇ, ਜਿਹਦੇ ਉਸ ਸਮੇਂ ਜਹਾਜ਼ ਚੱਲਦੇ ਸਨ, ਭਾਈ ਮੱਖਣ ਸ਼ਾਹ ਲੁਬਾਣਾ, ਜਿਹਨੇ ਅਰਦਾਸ ਕੀਤੀ, ਗਰੀਬ ਨਵਾਜ਼ ਮੇਰਾ ਜਹਾਜ਼ ਫਸ ਗਿਆ ਪਾਣੀ ਦੇ ਵਿੱਚ, ਕਿਰਪਾ ਕਰੋ ਮੇਰੇ ਜਹਾਜ਼ ਨੂੰ ਕਿਨਾਰੇ ਲਾ ਦਿਓ। ਜਦੋਂ ਆ ਕੇ ਵੇਖਦਾ ਬਾਬਾ ਬਕਾਲਾ, ਉਹ 22 ਮੰਜੀਦਾਰ ਬੈਠੇ ਆ, ਕਿਸੇ ਅੱਗੇ 1 ਮੋਹਰ, ਕਿਸੇ ਅੱਗੇ 2 ਮੋਹਰ, ਕਿਸੇ ਅੱਗੇ 5 ਮੋਹਰਾਂ। ਸਾਰਿਆਂ ਨੂੰ ਮੱਥਾ ਟੇਕ ਦਿੱਤਾ ਪਰ ਗੱਲ ਨਾ ਬਣੀ। ਆਖਰ ਪੁੱਛਦਾ, ਕੋਈ ਹੋਰ ਹੈ ਜਿਹੜਾ ਗੁਰੂ ਘਰ ਗੁਰੂ ਹੋਵੇ? ਕਿਸੇ ਨੇ ਦੱਸਿਆ, ਜੀ ਗੁਰੂ ਤੇ ਨਹੀਂ ਅਖਵਾਉਂਦੇ ਆਪਣੇ ਆਪ ਨੂੰ, ਪਰ ਇੱਕ ਸਾਹਿਬਜ਼ਾਦੇ ਸੋਢੀ ਹੋਰ ਹਨ, ਉਹ ਬਾਹਰਲੇ ਪਾਸੇ ਰਹਿੰਦੇ ਆ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਜਾ ਕੇ ਮੋਹਰ ਰੱਖੀ ਨਾ, ਗੁਰੂ ਜੀ ਵੇਖ ਕੇ ਹੱਸ ਕੇ ਕਹਿੰਦੇ, ਮੋਹਰ ਤਾਂ ਭਾਵੇਂ ਆ ਵੀ ਲੈ ਜਾ ਚੁੱਕੇ, ਸਾਨੂੰ ਤੇਰੀ ਮੋਹਰ ਦੀ ਲੋੜ ਨਹੀਂ।
पर गुरसिख बचन का पक्का हुंदा है। वो बचन कीता सी 500 मोहरां दा, अज एक रख रहा है। ये इकरार तो नहीं मुकरना चाहिए। तो जदों गुरु तेग बहादुर साहब ने यह गल आखी तो साध संगत उच्चे चढ़ के कोठे ते उन्हें आख्या, भोली संगत जी पूरा गुरु लभ पिया। तो गुरु तेग बहादुर साहब के उत्ते उस वेले सीहे मसंद वालों गोली भी चलाई। फिर गुरु उत्थे जो झगड़ा काफ़ी वधदा रहा सोढियां का, तो छड्ड के गुरु साहब साध संगत आनंदपुर साहब आउंदे आ। पहला कीरतपुर साहब थोड़ा समा रहिंदे आ, फिर आनंदपुर साहब नगरी गुरु तेग बहादुर साहब आप वसाउंदे आ। आनंदपुर साहब तो चल के फिर पटना साहब जिहड़ा गुरु साहब ने उधर नूं जाण दा बनाया, ये गुरु साहब का बहुत वड्डा प्रसंग है। ऐसे गुरु तेग बहादुर साहब जिन्हां दे बारे तिलक जंजू राखा प्रभ ताका कीनो वड्डो कलू मैं साका, ये गुरु तेग बहादुर साहब महाराज सच्चे पातशाह के प्रकाश पुरब नूं आप जी बड़ी शरधा भावना के नाल सरबत का भला समागम के अंदर मना रहे हो। सारिया संगतां नूं गुरु तेग बहादुर साहब जी के प्रकाश पुरब दीआं बेअंत बेअंत वधाइयां होवन। और मैं आखिरी एक दो बेनतियां करके गुरमुखो, जो काबल की संगत या अफगानिस्तान की जितनी भी संगत है, सारी संगत सच्ची गल यह है कि मैं समझदा मेरा इत्थे यूके आउण दा जो ये टूर है ना सफल हो गया। तुहानूं वेख के मेरे मन में कई बार चिंता होंदी, सच जाणिओ मैं लैस्टर गया, उत्थे दी प्रबंधक कमेटी नूं आख्या कोई यतन करना चाहिए आपां। बरमिंघम गया, उत्थे मैं आख्या कोई यतन करिए, संगत गुरु घरां विचों घटदी जांदी है। पर गुरमुखो आ वेख के ना हाल थल्ले वाले हाल, ओ लंगर हाल बाहर दूर तक संगत बैठी है। मैनूं संतुष्टि हुई है कि जदों जिथे किते जागरूक प्रबंधक है, जिथे किते गुरु के सिख प्यार वाले शरधा वाले है, अज भी गुरु की संगत उही है। भावें दुनिया करोना ने डरा के अंदर बाड़ दिती, पर गुरु के सिख अज भी अपने गुरु पहला सुनिया सी गुरसिख नदियाँ चीरदे आउंदे मिलन प्यारे नूं, अज वेख्या कि प्यार वालियां नूं कोई करोना नहीं रोक सकदा, कोई दूरी नहीं रोक सकती, कोई ठंड नहीं रोक सकती। वो गुरु के सिख प्रेम नाल हाज़री लवा रहे हैं। सो तुहाडा प्रेम वेख के तुहाडे उत्तों मैं वारे जावां, तुहाडी गुरसिੱਖੀ नूं सिजदा। ऐसे देशों में अफगानिस्तान के जो हालात सुने ਅਤੇ ਪਹਿਲਾਂ देखा भी साडे कोल केसगढ़ साहब एक बारी चल के भी आई संगत अफगानिस्तान तो, उन्होंने जथेदार साहब नूं मैं भी दस भी बैठा सी, उत्थे दे हालात दसे सन कि जथेदार साहब की कुछ उत्थे हुंदा है। पर गुरसिੱਖੋ कोई तुहानूं लालच नहीं दिंदा, सगों पहलां दे इतिहास आपां सुणाउने आ ना कि पुराने समय दे विच गुरसिੱਖਾਂ नूं बहुत तंगी सी, परेशानी सी, सिरां दे मुੱਲ पए सन, गुरसिੱਖਾਂ सिੱਖी साਂਭ के रखी। ऐसे हालातां दे विच भी अफगानिस्तान की संगत ने साध संगत गुरसिੱਖੀ नूं साਂਭਿਆ है। तुहाडी गुरसिੱਖੀ कमाल है। पर मैं हुण बेनती कर देवां, जिहड़े साडे आउण वाले हुण बच्चे है ना, आउण वाली पीढ़ी है, वो गुरसिੱਖੀ तो हुण साध संगत थोड़ी दूर जा रही है। दुनिया के सुख मिल गए है, वधिया घर मिल गए है, कोठियां कारां मिल गईयां ने, गुरु ने दत्तियां ने, उन्होंने शुक्र है गुरु का। पर गुरसिੱਖੀ नूं धारण करो, दाढ़ी के साम के रखो। गुरु ने अपना सब कुछ वार के, गुरु गोबिंद सिंह महाराज ने 4 वार के बचन किया, इन पुत्रन के शीश पर वार दिए सुत 4 मुए तो क्या हुआ जीवत कई हजार। तो वो कई हज़ारां दे विचों आपां खुदा जदों शीशे मूरे खड़ीए कदे अपने चेहरे नूं तकीए कि जो दाढ़ी केस गुरु गोबिंद सिंह साहब महाराज ने दत्ते वो हैगे आ, जिन्होंने गुरु गोबिंद सिंह महाराज ने आख्या मेरे धीआं ने, मेरे पुत ने, ये मेरे सारे कासे दे मालक ने, मेरा गुरु भी है, मेरा खास रूप है। तो गुरु के सिखो अपने चेहरे वाल तको खास रूप सामया, जे नहीं सामया तो गुरु के सिखो अज तो इस गुरमत समागम उत्ते प्रबंधकों ने बड़ा यतन किया। आ भाई बलदीप सिंह जी बैठे आ, इन्हां मैनूं अपनी फोटो दिखाई अज तो 5-4 साल पहला, दाढ़ी केस नहीं सन, दस्तार नहीं सी बंधे, पर अज इन्हां दा रूप वेखो। वारे जाइए तो गुरु के सिखो जो रूप स्वरूप गुरु गोबिंद सिंह महाराज ने तुहानूं दिता है, दुनिया दे विच सब तो सोहना जे कोई है, बड़े बड़े पीर पैगंबर औलीए अवतार जिन्हां ने रूप नूं पसंद किया, वो रूप आ जिहड़ा साबत सूरत दस्तार सिरा वाला है ना, इनू सामीए। और गुरु महाराज सच्चे पातशाह ने जो सानू मार्ग दस्या वो उत्ते चल के अपने जीवन नूं सफला बनाइए। सो सारिया संगतां दा धन्नवाद।
ਪ੍ਰਬੰਧਕਾਂ ਦਾ ਧੰਨਵਾਦ। ਇਤਨੇ ਦਿਨ ਆਪ ਨੇ ਬਹੁਤ ਪਿਆਰ ਸਤਿਕਾਰ ਮਾਣ ਬਖਸ਼ਿਆ। ਹੋਈਆਂ ਭੁੱਲਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।